ਜੋ ਸ਼ਰਧਾ ਕਰ ਸੀਮ ਦੀ, ਗੁਰ ਪਰਮ ਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸਬੁਤਰੇ ਪਾਰ। ਜੋ ਸ਼ਰਧਾ ਕਰ ਸੀਮ ਦੀ, ਗੁਰ ਪਰਮ ਤਾਰਨ ਹਾਰ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ। ਨਾਨਕ ਹੋਸੀ ਪੀ ਸੱਚ, ਸੋਚੈ ਸੋਚ ਨ ਹੋਵੀ। ਜੇ ਸੋਚੀ ਲਖ ਵਾਰ, ਚੁਪੈ ਚੁਪ ਨ ਹੋਵੀ। ਜੇ ਲਾਏ ਰਹਾਲ ਅਵਤਾਰ, ਭੁਖਿਆਂ ਭੁਖ ਨ ਉਤਰੀ। ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਵੈ। ਤਾਂ ਇਕ ਨ ਚੱਲੇ ਨਾਲ, ਕਿਵ ਸਚਾਰਾ ਹੋਈਐ। ਕਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ, ਤੇਰਾ ਕੀਤਾ ਜਾਤੋ ਨਾਹੀ। ਮੈਨੂੰ ਜੋਗਿਕ ਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ। ਆਪੇ ਤਰਸ ਪਿਓਈ, ਤਰਸ ਪਿਆ ਮਹਿ ਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ। ਤਨ ਮਨ ਥੀਵੇ ਹਰਿਆ, ਗੁਰ ਸਤਿਗੁਰ ਕਾਜੂ ਸਿੱਖ ਅਕਾਏ। ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪਰਵਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ। ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਫਿਰ ਚੜੇ ਦਿਵਸ ਗੁਰਬਾਣੀ ਗਾਵੈ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗੁਰਾਸ ਧਿਆਏ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਵੈ। ਜਿਸਨੂੰ ਦਿਆਲ ਹੋਵੈ ਮੇਰਾ ਸਮਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਤੋੜ ਮੰਗੇ ਤਿਸ ਗੁਰ ਸਿੱਖ ਕੀ। ਜੋ ਆਪ ਜਪੈ ਅਵਰੈ ਨਾਮ ਜਪਾਵੈ। ਦੱਦੇ ਦੋਸ਼ ਨ ਦੇਊ ਕਿਸੈ, ਦੋਸ਼ੀ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਣਾ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖੀ ਉਜਲੇ,
केती छुटी नाल जिनी नाम ते आया, गए मशक्कत काल नानक ते मुखी उजले, केती छुटी नाल ओ आहे गुरु। धन 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 साहिब श्री गुरु ग्रंथ ਸਾਹਿਬ महाराज सच्चे पातशाह की अमृतमयी बाणी। धुर की बाणी आई तिन सगली चिंत मिटाई, जुगो जुग अटल धन धन साहिब श्री गुरु ग्रंथ ਸਾਹਿਬ महाराज जी की अमृतमयी बाणी की लगातार गुरु शब्द विचार चलती आ रही है। आओ गुरमुख प्यारो, गुरु सवारिओ, सतगुरु सच्चे पातशाह साडे सारिਆਂ ते किरपा करन के हसीं हर रोज़ की तरह अज भी गुरु के शब्द की विचार करन की कोशिश करिए। विचार करके गुरु का शब्द अपने हिरदियां च वसाइए, गुरु वाले बन जाइए। गुरु की मत के अनुसार सतगुरु सच्चे पातशाह इस रहिंदी दुनिया ते साडे तो इस तरह के कारोबार कार विहार कर्म करवाउण जो कि परमात्मा नूं चंगे लगन, ताकि साडा ये मिट्टी का पुतला पापी हिरदा गुरु चरना जुड़ के संसार ते आया सफल हो जावे। आओ गुरमुख प्यारो, गुरु सवारिओ, लगातार आसा दी वार धन धन साहिब श्री गुरु नानक देव महाराज पहले पातशाह उन्हां दे मुखारबिंद विचों उचारण की गई पवित्र गुरबाणी जिस दी आपां विचार करते आ रहे हैं। अज दे इस शब्द विच गुरु साहब जी ने सानू की समझाउणा कीता है। आपां दो पहलां जिहड़े श्लोक सी वो पढ़े, उन्हां दी विचार कीती कि बंदिया तू की करदा फिरदा है, परमात्मा इवें मनना नहीं है। जिहड़े तू दुनिया नूं भुलेखे विच पा के कर्म करदा है, रब नूं ध्याउण दा ये तरीका तेरे वास्ते सही नहीं है। दो श्लोक ते हुण पौड़ी है। पौड़ी दे विच गुरु परमात्मा परमेश्वर ने सानू की समझाउणा कीता है, साडे ते की किरपा कीती है। आओ गुरमुख प्यारो, गुरमर्यादा के अनुसार पहलां आपां गुरबाणी पाठ पढ़ लईए ताकि गुरु दे शब्द की सानू चंगी तरह समझ लग जाए, साड़ी समझ विच पै जाए गुरु का शब्द। आओ गुरमुख प्यारो गुरबाणी नाल जुड़िए। सतनाम श्री वाहिगुरु साहिब जी। पौड़ी चिता अंदर सब को वेखा, नदरी हेठ चलाएंदा, आपे दे वड्याइयां आपे ही कर्म कराएंदा। चिते अंदर सब को वेखा, नदरी हेठ चलाएंदा, आपे दे वड्याइयां आपे ही कर्म कराएंदा। वड हो वड्डा वड मेदनी, सिरे सिर धंधे लाएंदा, नदर अपुठी जे करा, सुल्ताना घाओ कराएंदा। दर मंगना भिख ना पाएदा, नदर अपुठी जे करा, सुल्ताना घाओ कराएंदा। दर मंगण भिखा ना पाएंदा, ओ वाहिगुरु।
ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ। ਅੰਮ੍ਰਿਤਮਈ ਬਾਣੀ ਦੀ ਲਗਾਤਾਰ ਗੁਰੂ ਸ਼ਬਦ ਵਿਚਾਰ ਚੱਲਦੀ ਆ ਰਹੀ ਹੈ, ਜੋ ਕਿ ਪ੍ਰਮਾਤਮਾ ਦੀ ਕਿਰਪਾ ਸਦਕਾ ਲਗਾਤਾਰ ਆਸਾ ਦੀ ਵਾਰ ਹੈ। ਆਪਾਂ ਅੱਜ ਪੌੜੀ ਪੜ੍ਹੀ ਹੈ, ਬਾਣੀ ਪੜ੍ਹੀ ਹੈ ਔਰ ਬਾਣੀ ਨੂੰ ਸਰਵਣ ਕੀਤਾ ਹੈ। ਆਓ ਗੁਰਮੁਖ ਪਿਆਰੋ, ਗੁਰੂ ਸਵਾਰਿਓ, ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਕਲਯੁਗੀ ਜੀਵਾਂ ਨੂੰ ਉਸ ਪਰਮਾਤਮਾ ਦੇ ਪ੍ਰਥਾਏ ਕੀ ਸਮਝਾਉਣਾ ਕਰਦੇ ਨੇ, ਕੀ ਗੁਰ ਉਪਦੇਸ਼ ਬਖਸ਼ਦੇ ਨੇ। ਆਓ ਗੁਰਮੁਖ ਪਿਆਰੋ, ਗੁਰੂ ਸ਼ਬਦ ਵਿਚਾਰ ਨਾਲ ਜੁੜੀਏ ਤੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਪ੍ਰਾਰਥਨਾ ਕਰੀਏ ਕਿ ਸੱਚੇ ਪਾਤਸ਼ਾਹ ਜੋ ਗੁਰਬਾਣੀ ਅਸੀਂ ਪੜ੍ਹਦੇ ਹਾਂ, ਸਰਵਣ ਕਰਦੇ ਹਾਂ, ਇਹ ਸਾਡੇ ਪਾਪੀ ਹਿਰਦਿਆਂ 'ਚ ਵਸ ਜਾਵੇ, ਸਾਡਾ ਜੀਵਨ ਗੁਰਬਾਣੀ ਨਾਲ ਜੁੜ ਜਾਵੇ। ਇਹ ਗੁਰੂ ਪਰਮਾਤਮਾ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਪ੍ਰਾਰਥਨਾ ਕਰਿਆ ਕਰੀਏ। ਆਓ ਗੁਰਮੁਖ ਪਿਆਰੋ, ਅੱਜ ਦੇ ਸ਼ਬਦ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਕਹਿੰਦੇ ਨੇ ਪੌੜੀ ਦੇ ਵਿੱਚ, ਗੁਰੂ ਸ਼ਬਦ ਵਿਚਾਰ ਨਾਲ ਜੁੜੀਏ। ਆਪਾਂ ਇਸ ਤੋਂ ਪਹਿਲਾਂ 2 ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ, ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਿਹੜੇ ਧਰਮ ਦੇ ਠੇਕੇਦਾਰ ਆਪਣੇ ਆਪ ਨੂੰ ਧਰਮੀ ਖਵਾਉਣ ਵਾਲੇ ਅੱਜ ਵੀ ਉਵੇਂ ਚੱਲ ਰਿਹਾ। ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਸ੍ਰਿਸ਼ਟੀ ਦੇ ਦੇਖਿਆ, ਅੱਜ ਵੀ ਤਕਰੀਬਨ ਕੋਈ ਵਿਰਲਾ ਹੋਏਗਾ, ਕਿਉਂਕਿ ਦਾਸ ਤਾਂ ਸਾਰਿਆਂ ਦੇ ਨਾਲ ਵਿਚਾਰਾਂ ਕਰਦਾ ਹੀ ਰਹਿੰਦਾ ਹੈ। ਕਿੱਥੇ ਕੀ ਹੁੰਦਾ ਹੈ, ਕਿਵੇਂ ਸਿਸਟਮ ਚੱਲਦਾ ਹੈ, ਕਿਵੇਂ ਦੁਨੀਆ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਬਾਬੇ ਨਾਨਕ ਦੀ ਬਾਣੀ ਦੇ ਥੱਲੇ, ਆੜ ਵਿੱਚ ਜਾਣੀ ਕਿ ਦੁਕਾਨਦਾਰੀਆਂ ਚਲਾ ਕੇ ਬੜੇ ਗਲਤ ਕੰਮ ਤੇ ਲੋਕਾਂ ਨੂੰ ਲੁੱਟਾਂ ਖੋਹਾਂ ਦਾ ਸਿਸਟਮ ਬਣਾ ਕੇ ਅੱਜ ਵੀ ਉਵੇਂ ਹੀ ਚੱਲ ਰਿਹਾ ਤਕਰੀਬਨ। ਜਿਹੜੇ ਦੁਨੀਆ ਨੇ, ਕਿਉਂਕਿ ਗੁਰਬਾਣੀ ਦੀ ਸਟੱਡੀ ਕੋਈ ਵਿਰਲਾ ਕਰਦਾ, ਉਹੀ ਬਚਿਆ ਇਹਨਾਂ ਤੋਂ, ਨਹੀਂ ਤੇ ਗੁਰਬਾਣੀ ਦੀ ਕੋਈ ਸਟੱਡੀ ਕਰਦਾ ਨਹੀਂ। ਗੁਰਬਾਣੀ ਨਾ ਤੇ ਪੜ੍ਹਦਾ ਨਾ ਕੋਈ ਸੁਣਦਾ, ਵਿਰਲਾ ਜਿਵੇਂ ਗੁਸਤਾਖੀ ਮਾਫ ਕਰਨਾ, ਕਈਆਂ ਨੂੰ ਗੁੱਸਾ ਲੱਗਦਾ ਹੈ ਕਿ ਅਸੀਂ ਕਰਵਾ ਦਿੰਨੇ, ਤੇ ਇਹ ਕੀ ਗੱਲ ਹੈ। ਗੁਰਬਾਣੀ ਦਾ ਅਸੀਂ ਪਾਠ ਪੜ੍ਹਦੇ ਨਹੀਂ, ਪੜ੍ਹਵਾ ਲੈਂਦੇ ਹਾਂ ਵੀ ਭਾਈ ਤੁਸੀਂ ਪਾਠ ਕਰਦੇ ਹੋ। ਤੇ ਕੱਲ੍ਹ ਇੱਕ ਨਾ ਨੌਜਵਾਨ ਗੁਰਮੁਖ ਪਿਆਰਾ, ਉਹਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਜੀ ਅਸੀਂ ਜਿਹੜਾ ਅਖੰਡ ਪਾਠ ਕਰਵਾਉਣੇ ਹੈ ਨਾ, ਚਲੋ ਪ੍ਰਮਾਤਮਾ ਦੀ ਕਿਰਪਾ ਉਹਨਾਂ 'ਤੇ, ਕਹਿੰਦੇ ਅਸੀਂ ਕਿਤੇ ਘਰੇ ਨਹੀਂ ਕਰਵਾਇਆ, ਕਹਿੰਦੇ ਘਰੇ ਸੁਣਿਆ ਨਹੀਂ ਜਾਂਦਾ, ਵਾਕਿਆ ਨਹੀਂ ਸੁਣਿਆ ਜਾਂਦਾ। ਘਰੇ ਸਾਨੂੰ ਇਹ ਹੁੰਦਾ ਵੀ ਅਸੀਂ ਕਿਸੇ ਨੂੰ ਬੁਲਾ ਲਿਆ, ਅਸੀਂ ਉਹਦੇ ਬੰਦੋਬਸਤ ਦੇ ਵਿੱਚ ਲੱਗੇ ਰਹਿਣਾ। ਵੈਸੇ ਤਾਂ ਗੁਰਬਾਣੀ ਦਾ ਜਿਹੜਾ ਹੁਕਮ ਹੈ ਸਾਡੇ ਵਾਸਤੇ ਵੀ ਗੁਰਬਾਣੀ ਆਪ ਪੜ੍ਹੋ, ਆਪ ਪੜ੍ਹ ਕੇ ਗੁਰਬਾਣੀ ਨੂੰ ਸੁਣੋ ਤੇ ਫਿਰ ਸਮਝੋ ਵੀ ਗੁਰਬਾਣੀ ਨੇ ਕਿਹਦੇ ਵਾਸਤੇ ਕਿਹਾ, ਪਰਸਨਲ ਮਨੁੱਖ ਵਾਸਤੇ ਕਿਹਾ, ਬੰਦੇ ਵਾਸਤੇ ਕਿਹਾ। ਗੁਰਬਾਣੀ ਨੇ ਵੀ ਆਹ ਚੀਜ਼ ਕਰ। ਬੰਦਾ ਕਹਿੰਦਾ ਨਹੀਂ, ਪਾਠ ਕਰਵਾ ਲਈਏ, ਕਰਨਾ ਨਹੀਂ। ਇੱਕ ਥੋੜ੍ਹਾ ਜਿਹਾ ਇਹ ਵੀ ਸਾਨੂੰ ਭੰਬਲ ਭੂਸੇ 'ਚ ਪਾ ਦਿੰਦੇ ਨੇ, ਕਹਿੰਦੇ ਜੇ ਪਾਠ ਗਲਤ ਪੜ੍ਹਤਾ ਨਾ ਥੋੜ੍ਹਾ ਬਹੁਤਾ, ਕਿਤੇ ਭਾਈ ਹੁਣ ਹਰ ਇੱਕ ਬੰਦੇ ਵਿੱਚ ਹਰ ਤਰ੍ਹਾਂ ਦੀ ਕੁਆਲਿਟੀ ਨਹੀਂ ਹੁੰਦੀ ਕਿ ਸ਼ਬਦ ਚੰਗੀ ਤਰ੍ਹਾਂ ਪੜ੍ਹ ਲਵੇ, ਉਹਨੂੰ ਸਮਝ ਲੱਗਣ ਦਾ ਸਿਸਟਮ ਸ਼ਾਇਦ ਉਹਦਾ ਸਹੀ ਹੋਵੇ, ਆਚਾਰਨ ਕਰਨਾ ਉਹਦੇ ਤੋਂ ਸਹੀ ਨਾ ਹੋਵੇ। ਇਹ ਸਾਰਿਆਂ ਦੇ ਵਿੱਚ ਨਹੀਂ ਹੈ। ਕਈ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਆਪਾਂ ਆਚਾਰਨ ਸਹੀ ਤਰੀਕੇ ਦੇ ਨਾਲ, ਜਾਣੀ ਕਿ ਬੋਲ ਸਹੀ ਤਰੀਕੇ ਨਾਲ ਨਹੀਂ ਸਕਦੇ, ਪਰ ਉਹ ਸ਼ਬਦ ਦੀ ਸਮਝ ਆ ਜਾਂਦੀ। ਤੇ ਸਾਨੂੰ ਇਹੀ ਕਿਹਾ ਜਾਂਦਾ ਹੈ ਕਿ ਜੇ ਪਾਠ ਕਿਤੇ ਮਾੜਾ ਮੋਟ ਗਲਤ ਪੜ੍ਹ ਦਿੱਤਾ ਕਿਤੇ, ਕਿਉਂਕਿ ਕੋਈ ਪੰਗਤੀ, ਵੈਸੇ ਤਾਂ ਗੁਰੂ ਸਾਹਿਬ ਕੋਲ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਕੋਈ ਲਗਾ ਮਾਤਰਾ ਦੀ ਵਾਧ ਘਾਟ ਹੋ ਸਕਦੀ ਹੈ, ਅਸੀਂ ਲਗਾ ਮਾਤਰਾ ਨਾ, ਕਿਉਂਕਿ ਕਈ ਸਾਇਲੈਂਟ ਰੱਖਣੀਆਂ ਪੈਂਦੀਆਂ ਨੇ, ਕਈਆਂ ਨੂੰ ਬੋਲਣਾ ਪੈਂਦਾ। ਤੇ ਪ੍ਰਮਾਤਮਾ ਜੀ ਸਾਡੇ ਤੋਂ, ਵੈਸੇ ਉਹ ਸ਼ਬਦ ਦਾ ਸਾਨੂੰ ਪਤਾ ਲੱਗ ਜਾਂਦਾ,
शब्द का सानू पता लग जाता भी ये शब्द सानू की कह रहा है। तो इन्होंने साढ़े ते थोपिया होया भी जे थोड़ी जी भी गाणी बाणी पाप लगेगा, वाह बई वाह। गुरबाणी पढ़ो ना, उनका कोई पाप नहीं लगना, उनका कोई पाप नहीं लगना, क्योंकि पढ़ांगे फिर ही समझ आनी। हुण बच्चा स्कूले जांदा है, बच्चा आप सारिਆਂ ਨੂੰ पता है स्कूले जांदा है, वो पहला ही पहली क्लास तो नहीं डिग्री कर लैंदा, पहला तो पढ़ना सीखता है ना। हौली हौली शायद 10 11 12 15 साल लग जाए चंगी तरह। कई बार पंजाबी आ, कई बार बच्चों के नाल सुनीदा पढ़ीदा, 12 12 13 13 साल स्कूल च पढ़दे आउंदा, उन्होंने पंजाबी के अक्षर नहीं जोड़ने आउंदे, स्पैलिंग नहीं सही तरीके नाल आउंदे, शब्द जोड़ना नहीं आउंदा। गां जो किते गां अगे होर पढ़ते हैं, फिर हौली हौली उन्हें दिमाग च आ जाता है, ये हो सकता है। तो हुण सानू तो दसिया जाता ज़्यादातर भी बाणी पढ़ो ना, बहुते ज़्यादा भी बाणी पढ़वा लो, भी साडा सिस्टम चलता रहेगा, साडा सिस्टम नहीं तो खराब हो जाना है। गुरमुख प्यारिया, जिहड़ा बंदा बाणी पढ़ेगा ना, उनका सगों ज़्यादा ज़्यादा इधर वाल नूं ध्यान होएगा भी मैं बाणी आप भी पढ़ा, किसी तो पढ़वावां भी, किसी दे नाल मैं सत्संग भी करा। आपां वैसे तो अरदास दे विच कहने सही प्यारे मेल मिलदियां तेरा नाम चिते आवे, जे अगों कोई गुरसिख होवेगा तो फिर ही नाम चित आएगा, जे गुरसिख ही नहीं है, बनिया ही आपां नूं मिलिया ही मनमुख, तो फिर कित्थे गल बनेगी। हुण गुरु साहब जी ने इस पौड़ी दे विच दोवां सलोकां दा भी निवारण करके कि बंदिया तू खुद काम कर, खुद काम कर, सारा कुछ परमात्मा करी जा रहा है, सारा कुछ परमात्मा ने तेरे तो करवाना है, पर तू खुद काम कर, अपने हथी अपना काज सवारी है, अपने हथी। कोई बंदा आ कई बार मशहूरी होंदी है ना भी बंदा कहता भी कदों काम सोहना होवेगा, जदों बंदा आपदे हथी काम करेगा। भी सोहना काम कदों हुंदा है, जदों बंदा आपदे हथी करदा है, उन्हें तसल्ली हो जाती है कि आ काम मैं अपने वास्ते कर लिया। ये गुरबाणी भी अपने वास्ते पढ़नी है, किसी वास्ते नहीं पढ़नी। गुरबाणी की जो स्टडी करनी, जो सुनना है, जो करना है, ये अपने वास्ते है, किसी वास्ते थोड़ा है। चलो असी तो यह भी परमात्मा की कृपा सदका जिन्ना कि सानू गुरबाणी चो ज्ञान आया है, असी चलो गुरबाणी के राही ज्ञान आया भी आप भी समझिए तो होर नूं भी किसी नूं समझ लग जाए, होर नूं भी किस तुरदे फिरदे नूं भी स्पीकर की आवाज़ किसी के कन्नां विच पै जाए तो बड़ी सोहनी आउटपुट निकलती है। गुरु परमात्मा परमेश्वर कृपा कर दे। अज दे शब्द की विचार आपां करन दी कोशिश करिए, गुरु साहब जी साडे ते की कृपा करते हैं। चित्तै अंदर सब को वेखा, नदरी हेठ चलाएंदा। इत्थे बहुत वड्डी गल कही है, गुरु साहब ने बड़ा वड्डा उपदेश बख्शिया है। चित्तै अंदर, प्रभु दे चित ध्यान विच भी आपां कई बार ना गुस्ताखी माफ़ करना, आपां तो इत्थों तक ही सीमित आ, नहीं दुनियावी दुनिया नूं पता नहीं लग्या। मैं जो करदा फिरदा अपना मन, शरीर ने भी भाई उही काम कर रहा है जो साडा मन करदा फिरदा है। साडा मन कहंदा है भी मैं लोकां दे अखां विच घट्टा पा के आ काम कर दिता, लोकां नूं पता ही नहीं लग्या। पाप, चोरी, यारी, ठगी, ये गुज्जे नहीं रहिंदे। कौन नहीं रहन दिंदा? रब नहीं रहन दिंदा। असीं कहने आ भी किसी नूं पता नहीं लगना, क्यों कि परमात्मा का बनाया होया सिस्टम है, ये परमात्मा का बनाया होया सिस्टम है। तो गुरु साहब जी कहते चित्तै अंदर सब को वेख। सब को वेख का मतलब है हर एक जीव नूं वेख रहा है। क्यों वेख रहा? कि बनाया उन्हें है, बनाया ही उन्हें है। आ हुण आपां कैमरे क्यों दे वास्ते लाउणे? कैमरे
भावें गुरुद्वारा साहब लाए ने, भावें घरां च लाए ने, भावें अपनियां दुकानां ते लाए ने, कारोबार ते दरवाजियां दे अगे लाए ने। ये काहदे वास्ते कैमरे लाए ने? भी सब कुछ देखदा है। एक बार ना काफ़ी देर की गल है, तकरीबन 5-6 साल की गल हुई, उदों नवे नवे कैमरे चले सी ते एक गुरमुख प्यारे दे घरे च गए। उन्हां दे बच्चे तो फॉरन कंट्री दे विच सी ते आप इत्थे ही रहिंदे ने, अपने लागे ही है नगर। वो गुरमुख प्यारो हुण उस टाइम टैक्नोलॉजी का पता नहीं सी, इन्नी तकनीक का पता नहीं सी भी ये कैमरा मोबाइल दे नाल भी अटैच हो जाता है। ये कैमरा मोबाइल नाल भी अटैच हो जाता, उन्होंने पता नहीं सी। उन्हां असीं उत्ते बैठे बैठे ते उन्हां दी माता नूं फोन आ गया ते उन्हां दा बच्चा बाहर फॉरन सी। माता सब्जी चीर रही सी कैमरे दे सामने बैठ के, जानी कि जिहड़ा कैमरा सी। कहंदा उन्हें जदों फोन किया, कहंदा माता अज किहड़ी सब्जी खा रहे हैं? वो हुण नाले तो गल्लां कर रही सी, नाले सब्जी चीर रही सी, नाले उन्हों पता लग रहा सी भी मेरी माता कैमरे दे। कहंदी पुत जो रुखा मिस्सा मिलता है खा लीदा, नहीं माता अज तू आ सब्जी चीर रही है। वो कहंदे तैनूं किवें पता लग्या? वो कहंदे माता चलो हुण तां वीडियो कॉल भी हो जाती है, भी उसे जिहड़ा अपना मोबाइल है उहदे सामने गल्लां हो जांदियां ने। वो कैमरा लगा सी, तैनूं सारा पता लग गया। वो कहना माता तू कैमरे दे सामने बैठी है, मैं सब कुछ तेरा देख रहा जो तू कर रही। हुण आपां दुनिया नूं तां शायद गुमराह करके, दुनिया नूं तां भुलेखे च रख के असीं भी चोरी काम करदे। बाबे नानक दा ये कहना है कि भाई चित्तै अंदर सब को वेख हो, साडे अंदर दियां देख रहे है। असीं बाहर दी गल नहीं, वो गुरबाणी करदी भी बाहरों तू किस तरह दा है, बाहरों दुनिया वास्ते तू चंगा होएगा, वधिया होएगा। जो तेरे अंदर हो रहा है, तेरे मन च फुरने फुरदे ने, गुरु सामने सन्मुख हो गया, गुरु दे सामने खड़ गया है, बिन बोला सब कुछ जानदा। वो नहीं देखदा भी बाहरों ये आ गया शरीर लैके आ गया, अंदर देखदा भी इहदा मन किहो जिहा है, इन्हें कित्थे जुड़ना है, की करना है, ये काहदे वास्ते आया मेरे कोल। वैसे तो अजकल तो तकरीबन हर एक बंदे नूं पता लग जाता है, जजमेंट हो जाती भी ये बंदा मेरे कोल अज काहदे वास्ते आया है। बंदे नूं बंदे की जजमेंट हो जाती है। पर चलो कई बार की पता वो किहड़े काम आया होवे, नहीं बंदे नूं नहीं पता लगता। कई बार आपां कई बार कह दिंदे ना भी तेरे मन दे विच की सी, मैं किहड़ा बाबा नानक सी भी मैनूं पता लग गया तेरा बारे, तेरे बारे मैनूं पता लग गया भी तू की करदा, की तेरे मन की मनशा सी, भी मैं किहड़ा बाबा नानक सी भी मैनूं तेरे मन की पता लग गई। ये आपां कई बार गल्लां कह दिंने हैं, पर गुरु साहब जी ने सानूं समझाउणा कीता है भी वो सारियां नूं देखदा है, परमात्मा देखदा है भी साडे मन दे विच की है, साडे तन दे विच की है, क्योंकि सारा सिस्टम तो वही चला रहा है। तो गुरु साहब जी की कहंदे, नदरी हेठ चलाएंदा, नदरी अपनी नज़र दे थले, अपनी नज़र दे थले, नदरी का मतलब वेख वेख के गौह नाल चलाएंदा, वो तोड़दा है आपां नूं। ते परमात्मा की कृपा सदका जिवें हुण आपां बोल रहे हैं जां कोई काम कर रहे हैं, आपां रात नूं सलाह मशवरा बनाउणे कि नहीं। कई बार भी सवेरे आपां तड़के उठ के आ काम करना है जां इस तरह करना, काम खराब ना हो जाए, ये आपां छेती छेती कर लीए, लोकां नालों लेट ना हो जाइए। समय की कदर जिहड़ा बंदा करदा है वो सवेरे उठ के जल्दी जल्दी अपने सारे काम निबेड़ के भी उदों बाद मैं फलाने थां ते भी जाना है। रात नूं सोच मन दे विच सोचदा ते तां ही अगले बन्ने काम करदा। होवे शायद सवेरे ज़्यादा काम होवे, कोई दिहाड़ीए भी लैणे पैण, बंदियां दे नाल जाना पवे, कर सारा कुछ रात नूं तहत करदे हैं। रब कई बार सुत्तियां नूं स्नेह ही इस तरह दे आ जांदे, बंदे ने करना कुछ हुंदा हो कुछ जांदा है। सवेर नूं आपां कई बार कहंदे भी आ काम कर लांगे,
रात नूं बारिश पै गई, रात नूं मौसम खराब हो गया, जिहड़ा काम करना सी वो रह गया। जो बंदा सोचदा है कई बार वो नहीं हुंदा, ज़्यादातर हो जाता है पर कई बार। हुण सानू की पता भी साडे सवास किन्ने किन्ने, साडा शरीर किन्ना कुछ चिर चलना है, ये तो रब नूं पता है ना। रब नूं पता है भी जिवें गुरु नानक देव महाराज सच्चे पातशाह ने बाले मरदाने नूं पुछया कि भाई जिंदगी दा ते किन्ना क संबंध है, जिंदगी दा ते मौत दा किन्ना क संबंध है। हुण जो इतिहास दे विच आपां पढ़दे हैं उहदे मुताबक ही आपां गल्लां करदे हैं। कहंदे भी बाले ने कहा कि सच्चे पातशाह अज आपां हैं, कल नूं की पता ना होवांगे। ते मरदाने ने सच्चे पातशाह आ घड़ी अपनी इत्थे गुजर गई, अगली घड़ी पता नहीं गुजरनी कित्थे गुजरनी है कि नहीं गुजरनी। बाबे नानक ने कहा तुसीं मौत नूं बड़ा अजे भी दूर समझदे जो, मौत ते जिंदगी दा किन्ना किन्ना फर्क है। सारियां चीज़ां नालों गति तेज, कोई कहंदा बिजली दी है, कोई कहंदा हवा दी है, कोई कहंदा भी चमक बड़ी छेती पैंदी है, कई चीज़ां दी आपां गति कहने हैं। सब तो ज़्यादा तेज गति मौत दी है। जे तां सवास रब ने दे दिता, बंदा जिंदगी है, हम आदमी एकदमी, दम आया बंदा नहीं ते मिट्टी दी तैन। आपां कोई इन्ना सिस्टम नहीं है भी बहुत ज़्यादा सिस्टम है भी साडा अज मैं आ करांगा, कल नूं आउण वाले 20 सालां नूं मैं आ कुछ करांगा। आउणे के पता नहीं आउणी। इस करके गुरु साहब जी की गुरबाणी च बड़ा वारी लग्या भी मेरी जिंदड़ी ढिल ना कीजै, भी थोड़ा समा भी रब नूं भुला ना, रब नूं याद रख। 24 घंटे परमात्मा तेरे च हाजिर है। ते अज दे शब्द विच भी तुसी दुनिया दे मगर लगे फिर बाबा नानक कहंदा भी चितै अंदर सब को वेख, नदरी हेठ चलाईंदा। वो तो अपनी नज़र दे थले सब नूं भी इहदे तो की करवाउणा है, की करना है, किवें होना है, ये तो बाबे अकाल पुरख नूं पता है, सानू नहीं पता। असी तो आपदे वादे दावे मैं आ करता, मैं वो करता, मैं इंज करदा, मैं दुनिया वास्ते पता नहीं किन्ने चंगे काम करते, किन्नी दुनिया मैं बचाती, आ कर दिता। आपां तां यही सिस्टम अपने कोल। पर बाबे नानक की गुरबाणी कहंदी कि बंदिया सारा सिस्टम डोरी प्रभ हाथ तुम्हारे, ये साडे सवासां दी डोरी, ये परमात्मा दे हत्थ विच है। ते सारा कुछ वो वेख के चलाउंदा है, बड़े सोहणे तरीके नाल चला रहे है। सृष्टि दे निजमां दे जिहड़े निजम उसे दे ने, अपने निजमां दे अंदर वो सब जीव जंतु पैदा करदा है, उन्हां नूं ढाए असारे आपे आप, वो सारियां नूं ढाउंदा है, सारियां नूं बनाउंदा है, सारियां दे उत्ते किरपा करदा है। जिव जिव हुक्म तिवे तिवकार, वेखे विसे कर विचार। जिमें जिमें उनका हुक्म है जीव उवें उवें करी जाते हैं। तो आओ गुरमुख प्यारो अगे गुरु साहब जी की कहते, आपे दे वड़ियाइयां आपे ही कर्म कराइंदा, आपे दे वड़ियाइयां। वैसे तो परमात्मा की सब तो वड्डी वडियाई है, वड्डे की वडियाई किछ कहना ना जाए, उसदियां वडियाइयां सब तो वड्डियां ने। पर गुरु साहब जी कहंदे आपे दे वडियाइयां। हुण बंदा कोशिश करदा है, बंदा ना दुनियावी दुनिया दे विच कई बार वड्डे वड्डे घराणियां दे नाल, जिहड़े वड्डे वड्डे जिन्हां दा कारोबार वड्डा हुंदा है, उन्हां नाल जुड़न दी कोशिश करदा है भी शायद मैं वड्डा बन जावां। आ कई गुस्ताखी माफ़ करना, सारे नहीं, कुछ तो
परमात्मा की कृपा सदका मन विच सेवा की भावना उठती है, तो बहुते ज़्यादा वड्डे वड्डे राजनीतिक लोगों के नाल जुड़ के रहिंदे ने कि असीं भी शायद कुछ ना कुछ वड्डे बन जाइए। पर वो तो पहला ही उन्हां दी मंग की हुंदी भी साडी कुर्सी सलामत रहे, बाकी भावें सारा कुछ बर्बाद होए, उन्हां नूं कोई मतलब नहीं। आ जिहड़ी पंजाब दे हालात बने ने, अज पंजाब दे जिहड़े हालात बन गए ने, साडे कोलों जमीनां खोईयां जा रहीआं ने, साडे जिहड़े फसलां दे रेट बिल्कुल इन्हां नूं नहीं दिता जावेगा। ये क्यों किया जा रहा है? ये साडे राजनीतिक लोगों ने ही उन्हां दे हथ मजबूत कर दिते ते साडे पंजाब नूं बर्बाद कर दिता है। ये सारा कुछ सिस्टम उन्हां दे हत्थां दा होया है भी साडी कुर्सी सलामत रहे। सारा कुछ पंजाब नूं अपने आप नूं कुछ नहीं समझिया, जिवें असीं भी अपने आप नूं कुछ नहीं समझते भी असीं भी परमात्मा की भगती कर सकते। हाँ नहीं, डेरे वाला बाबा कर सकता, बाबा डेरे वाला कर सकता। असीं भी अपने पंजाब नूं कुछ नहीं समझिया, असीं सारा कुछ दिल्ली नूं समझिया भी जिहड़ा कुछ है ही दिल्ली च है। दिल्ली चों ही राजनीति उठती, दिल्ली चों ही सीटां मिलदियां, दिल्ली चों इन्हां नूं सारा कुछ मिलदा ते पंजाब वेच दिता, दिल्ली नूं दिल्ली दे अधीन कर दिता सारा कुछ। ते हुण रोने आ करलाउणे आ, जिन्हों कुछ मिलना नहीं उन्हें रोना करलाउणा है, किसान ही रोंदे ने। गुरु परमात्मा परमेश्वर साडे ते कृपा करे। बंदे दे विच सारा कुछ है, बंदे दे विच, पर असीं कहने भी नहीं, असीं नहीं बंदगी करनी, असीं नहीं परमात्मा नूं ध्याउणा। ये तां डेरे वालियां दा काम है, वो बड़े महान ने सारे। तो चलो नहीं, कोई एक अद्धा विचों हो भी सकता है, कोई महान हो सकता है, बाकी तो आपां नूं सारिआं नूं पता है भी लुट खेड बनाई हुई है ते सानू गुमराह किया जा रहा भी साडे कोल आओ ते साडे कोलों सारा कुछ फायदा लैके जाओ, क्योंकि फायदा उन्हां नूं मिलना है। गुरु परमात्मा परमेश्वर की गुरबाणी सानू समझाउणा करदी है, आपे दे वडियाईयां, वो आपे ही वडियाई दिंदा है बंदे नूं उस तैन ते। हुण बंदे ने जिहड़े जो काम करने, रब ने किसी नूं राजा बना दिता, किसी नूं कंगाल भी। आपां जो गुरबाणी पढ़दे, एक दाते एक भिखारी जी सब तेरे चोज वडाना। एक नूं तां लोकां नूं देण वालियां दातां दा भी तू मालक बना दिता, एक नूं मंगता भी बना दिता। एक नूं कौन बनाउंदा है? ये बंदा नहीं बनाउंदा, रब बनाउंदा है। रब उतों तक स्टैंड लिया के दे दिंदा है भी भाई तेनू आ काम करना पवेगा। किसी नूं हुण एक नूं राजा बना दिता, राजा किंदे करके बनाया? उनका सारा सिस्टम परमात्मा नूं चंगा लग्या। हुण राजे दे घरे राजे का जन्म हुंदा है ना, जिहड़ा बच्चा उन्हें कहा वड्डा राजा ही बनना है। वो परमात्मा की सैटिंग हुंदी, परमात्मा ने किनू किंदे घरे भेजना है, परमात्मा की सैटिंग है, वो परमात्मा कर दे। जन्म मरण तो है ही परमात्मा के हथ विच है। तो गुरमुख प्यारो, हुण राजा बना दिता, उन्हें तो गद्दी ते बिठा दिता। हुण राजे ने रब नूं वेखना है कि सृष्टि नूं वेखना है, भी दुनिया नूं देखना है। दुनिया करके तो अपना अपना भट्ठा भाई जाते हैं, दुनिया के नाल मेल मिलाप रखते हैं, रब नाल नहीं रखते। जे तां रब दे प्रथाएं राजे जनक वर्गे भी रब नूं अगे रख के ते आपदा राज चलाउंदे सी। बहुत बहुत लोग उन्हां कोल आउंदे सी, पर वो रब दे प्यारे सी। राजे जनक की गुरबाणी दे विच भी महिमा आउंदी है। ते गुरु परमात्मा परमेश्वर साडे ते कृपा करे, आपे दे वडियाइयां आपे ही कर्म कराइंदा। फिर वो परमात्मा बंदे नूं उस कर्म दे विच ला दिंदा है भी आ तैनूं काम करना ही पैना है। वैधी ओहो जी बना दिंदा है। आपां हुण कई बार कहने ना भी आ काम मैं करना तो नहीं सी, पर मेरी मजबूरी है। आपां कई बार वो रब वो मजबूरी बना दिंदा है भी आ काम तू करेगा, तो बंदा कहता मेरा जी तो नहीं सी करदा भी आ काम करनों, पर ये मेरी मजबूरी है। जिवें
कोई दो भरा लड़ पे जां कोई दो आपस में टक्कर हो गए, घराने टक्कर हो गए, तो कई बार बंदे विच पैंदे ने भी आप भाई फैसला कर लो। कहता मेरा जी तो नहीं करता पर मेरी मजबूरी है कि हुण मैं तुहानूं मोड़ नहीं सकता, मजबूरी करके भी मेरा जी नहीं करता, मन नहीं मनदा, पर मजबूरी करके। हुण गुरबाणी विच लिखिआ है ना भी कई बार रब शेरां नूं भी घाह खवा दिंदा, शेरां नूं घाह। हुण शेर दा जी ते नहीं, जिंदे मूँह नूं खून लग गया, मांस लग गया, उन्हें तो मांस ही खाना, पर मजबूरी करके। मजबूरी का मतलब भी मैं हुण इदों कर नहीं सकता कुछ, तो ये सारा कुछ कौन कराउंदा है? परमात्मा। तो गुरु साहब जी ने समझाउणा कीता है कि बंदिया किसे बंदे दे वस की गल नहीं, ये सारा कुछ कौन कराउंदा है? परमात्मा। आपे दे वडियाइयां आपे ही कर्म कराएंदा, जिथे जिथे बंदे नूं ओहो जी उन्हें विध बना देनी। हुण बंदे दी गुस्ताखी माफ़ करना, बंदे दी सोच लै, जे साडी सोचनी माड़ी है, साडी सोचनी माड़ी है तो फिर असी काम साडे माड़े ही होणगे। सोचनी कौन बनाउंदा है? रब बनाउंदा है। घर दे विच बड़ा सोहना सोहना कारोबार, क्योंकि साडे तो वाह पैंदे रहिंदे ने, तां करके घर दे विच बड़ा सोहना कारोबार बड़े सोहने तरीके दे नाल काम करदे, ते गंढे चों जदों गडेल निकलदा है सारे घर नूं बर्बाद कर दिंदा है। गंढे चों कौन कढदा है? गंढे चों आपां कहने गडेल निकल गया, सारा घर बर्बाद हो जाता। एक बच्चा नशा, आ पिछे जे असीं जीरे दे लागे गए सी थां ते, पिता भी सरपंच रहा, पुत्र भी सरपंच रहा, पर वो सरपंच रह के सारे घर नूं बर्बाद कर दिता। की हो गया? नशा ते ऐब लग गए, नशा ते ऐब लग गए। करोड़ों रुपया की जमीन जायदाद, करोड़ों रुपया की प्रॉपर्टी सारी रुड़ गई। ये हुण कौन करदा है? माँ प्यो की सोच, सोच उनकी भी शायद बहुत चंगी सी सोच, असी कई बार उनके नाल मुलाकात की, बहुत चंगी सोच सी, पर ऐब भी इस तरह के लग गए। हुण कोई चलो ऐब ना लगन, हुण कोई बीमारी चाहुंदा है, कोई बीमारी चाहुंदा भी मेरे घरे बीमारी लग जाए, मेरे घरे कोई इहो जी आपदा आ जाए, मेरे घरे इहो जी जहमत आ जाए। कोई चाहुंदा सवेरे उठ के कोई अरदास करदा होवे भी बंदे रब्बा मेरा कारोबार वधिया चलदा, इहनूं नष्ट कर दे। हर कोई बंदा उठ के सवेरे यही अरदास करदा है कि सच्चे पातशाह मेरे धीआं पुत्तर, मेरा परिवार, मेरा कारोबार वधिया सलामत रहे। यही करदे ना आपां सारे। किसी का किस तरह का हो ही जाता, किसी का किस तरह का हो ही जाता। दूर तो आपां जाण दी लोड़ ही नहीं, आपां आपदे परिवार विच ही वेख लिया करिए, परिवारां विच ही पता लग जाता है एक भाई किधर नूं तुरिया फिरदा, एक किधर नूं तुरिया फिरदा। जिहो जी परमात्मा ने शकल ते सुरत वखरी वखरी बनाई, किसी की सुरत किते जुड़ जाती है, किसी की किते। एक परिवार दे बंदे भावें 5 जी होण, 10 होण, 20 होण, 50 होण, किसी की सुरत किते जुड़ी है, किसी की सुरत किते जुड़ी है। ये परमात्मा शकल ते सुरत ये अलग अलग बनाइया ने परमात्मा ने। जे किसी की सूरत भी किसी नाल जुड़ती होगी, शकल जुड़ती होएगी, पर उनकी सुरत अलग अलग होगी। वो कहेगा मैं तो इतना काम। आ पिछे जे ना गुरमुख प्यारो अमरीका दे विच होया सीगा, आपां सारियां ने पढ़िया भी, मुड़ के उन्होंने नखेड़न की भी कोशिश की पर वो बच्चियां मर गईयां। थल्लों शरीर एक सी, आ जिहड़े दिमाग सी सिर 2 सी, थल्लों ढिड इक्को, ढिड इक्को, लत्तां दोवें इक्को, ते जिहड़े सिर सी अलग अलग सी, 2 ही लत्तां ते 2 ही बाहां। ये नहीं सी भी उन्हां दियां 4-4 सी, भी लत्तां 2। ये रब ने दिखाया दुनिया नूं, पर जदों उन्हां नाल इंट्रोडक्शन करते सी, पत्रकार पुछदे सी जदों थोड़े जे वड्डे हो गए भी तुहाडी सुरत जां किते, वो कहंदे नहीं, असीं फिर मिला लैंदे।
ਵੀ ਹੁਣ ਇੱਕ ਬੰਨੇ ਹੀ ਚੱਲਣਾ ਹੈ ਦੋਵਾਂ ਨੇ। ਮੂੰਹ ਦੋ ਹੈ, ਮੂੰਹ ਦੋ ਹੈ, ਗਰਦਨਾਂ ਦੋ ਹੈ, ਥੱਲਿਓਂ ਢਿੱਡ, ਸਾਰਾ ਕੁਝ ਸਰੀਰ। ਵੀ ਦੋ ਮੂੰਹ ਹੈ ਰੱਬ ਨੇ ਬਣਾਏ। ਮੁੜ ਕੇ ਉਹਨਾਂ ਨੂੰ ਨਖੇੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੂੰ ਨਖੇੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਮੌਤ। ਕਿਉਂਕਿ ਜਿਹੜਾ ਉਤਲਾ ਸਿਸਟਮ ਸੀ, ਉਹ ਖਾਣ ਪੀਣ ਦਾ ਵੀ ਉਹ ਕਹਿੰਦੇ ਵੀ ਮੇਰਾ ਜੀ ਆਹ ਕਰਦਾ ਹੁੰਦਾ, ਜੀ ਆਹ ਕਰਦਾ। ਖਾਣ ਸਾਰੇ ਕੁਛ, ਵਿਚਾਰ ਵੀ ਅਲੱਗ ਅਲੱਗ, ਸਰੀਰ ਇੱਕ। ਇਹ ਆਪਾਂ ਖਬਰ ਸਾਰਿਆਂ ਨੇ ਸੁਣੀ ਹੈ। ਦਾਸ ਨੇ ਤਾਂ ਬੜੀ ਸੋਹਣੇ ਤਰੀਕੇ ਦੇ ਨਾਲ ਸਾਰੀ ਖਬਰ ਵੀ ਇਹਨਾਂ ਦਾ ਕੀ ਬਣਿਆ, ਕਿਸ ਤਰ੍ਹਾਂ ਫਿਰ ਡਾਕਟਰਾਂ ਨੇ ਉਹਨੂੰ ਨਖੇੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਮੌਤ ਹੋ ਗਈ। ਇਹ ਕਾਫੀ ਦੇਰ ਦੀ ਗੱਲ ਹੈ, ਥੋੜ੍ਹੇ ਸਮੇਂ ਦੀ ਨਹੀਂ। ਉਦੋਂ ਦਾਸ ਮੇਰਾ ਖਿਆਲ ਵੀ ਆਰਮੀ ਦੇ ਵਿੱਚ ਸਰਵਿਸ ਕਰਦਾ ਸੀ, ਜਦੋਂ ਇਹ ਖਬਰ ਨਿਊਜ਼ ਪੇਪਰਾਂ ਦੇ ਵਿੱਚ ਪੜ੍ਹੀ ਵੀ ਇਸ ਤਰ੍ਹਾਂ ਕਰਕੇ ਜੋੜਾ ਬੱਚੇ, ਸਰੀਰ ਇੱਕ ਹੈ, ਉਤੋਂ ਜੋੜਾ ਹੈ। ਤੇ ਗੁਰੂ ਪਰਮਾਤਮਾ ਪਰਮੇਸ਼ਰ ਸਾਡੇ ਤੇ ਕਿਰਪਾ ਕਰੇ, ਜਿਵੇਂ ਉਹਦਾ ਹੁਕਮ ਹੈ ਬੰਦੇ ਨੇ ਚੱਲਣਾ ਉਵੇਂ ਹੀ ਹੈ। ਹੁਣ ਬੰਦੇ ਦੀ ਸੋਚ, ਤੇ ਗੁਰੂ ਸਾਹਿਬ ਜੀ ਤਾਂ ਕਹਿੰਦੇ ਵੀ ਮੱਤ ਲੈ ਲਾ ਗੁਰੂ ਦੀ ਤੇ ਭਗਤੀ ਕਰ, ਤੇ ਤੇਰੀ ਸੋਚ ਪਰਮਾਤਮਾ ਆਪਣੇ ਵਰਗੀ ਬਣਾ ਦੇਗਾ। ਤੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਹੈ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਹਰ ਇੱਕ ਬੰਦੇ ਤੋਂ ਅਸੀਂ, ਸਾਡੇ ਵਿਚਾਰ ਹੋ ਸਕਦੇ ਨੇ, ਅਸੀਂ ਕਹੀਏ ਵੀ ਫਲਾਨਾ ਬੰਦਾ ਮਾੜਾ ਹੈ, ਫਲਾਨਾ ਚੰਗਾ ਹੈ, ਉਹ ਨਸ਼ਾ ਕਿਉਂ ਖਾਂਦਾ ਹੈ, ਉਹਨੇ ਆਹ ਕਰ ਦਿੱਤਾ, ਇਸਨੇ ਆਹ ਕਰ ਦਿੱਤਾ। ਭਾਈ ਜੋ ਕਰਮਾਂ 'ਚ ਉਹੀ ਮਿਲਣਾ। ਜਿਹਦਾ ਦਿਮਾਗ ਮਨ ਵਧੀਆ ਚੱਲਦਾ ਹੈ, ਉਹਨੂੰ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਵੀ ਪਰਮਾਤਮਾ ਜੀ ਤੇਰਾ ਬਹੁਤ ਬਹੁਤ ਧੰਨਵਾਦ। ਹੁਣ ਬੰਦੇ, ਦੁਨੀਆ 'ਚੋਂ ਬੰਦੇ ਪਾਗਲ ਹੁੰਦੇ ਨੇ, ਪਹਿਲਾਂ ਚੰਗੇ ਹੁੰਦੇ ਨੇ, ਪਾਗਲ ਹੋ ਜਾਂਦੇ ਨੇ। ਇਹ ਕੌਣ ਕਰਦਾ ਹੈ? ਤੇ ਕਈ ਪਾਗਲਾਂ ਤੋਂ ਸਹੀ ਵੀ ਹੋ ਜਾਂਦੇ, ਕਹਿੰਦੇ ਹੁਣ ਇਹਦਾ ਦਿਮਾਗ ਸਹੀ ਹੋ ਗਿਆ। ਕਈ ਬੰਦੇ ਬਚਪਨ ਤੋਂ ਪਾਗਲ ਹੁੰਦੇ ਨੇ, ਹੌਲੀ ਹੌਲੀ ਉਹਨਾਂ ਦਾ ਦਿਮਾਗ ਸਹੀ ਹੋ ਜਾਂਦਾ। ਇਹ ਕੌਣ ਕਰਦਾ ਹੈ? ਪਰਮਾਤਮਾ। ਅਗਲੀ ਪੰਕਤੀ 'ਚ ਗੁਰੂ ਸਾਹਿਬ ਜੀ ਨੇ ਕਿਹਾ, ਵੱਡੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦੇ ਲਾਏਂਦਾ। ਗੁਰੂ ਸਾਹਿਬ ਜੀ ਕਹਿੰਦੇ ਵੱਡੋ ਵੱਡਾ, ਵੱਡਿਆਂ ਤੋਂ ਵੱਡਾ। ਦੁਨੀਆ ਦੇ ਵਿੱਚ ਪਰਮਾਤਮਾ ਤੋਂ ਵੱਡਾ ਤਾਂ ਕੋਈ ਹੈ ਨਹੀਂ, ਉਹ ਵੱਡਿਆਂ ਤੋਂ ਵੀ ਵੱਡਾ ਹੈ। ਮੇਦਨੀ ਸ੍ਰਿਸ਼ਟੀ, ਧਰਤੀ ਵੀ ਜਿਹੜਾ ਸਾਰਾ ਕੁਝ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ ਹੈ। ਹੁਣ ਬੰਦਾ ਇਸ ਤਰ੍ਹਾਂ ਦਾ ਬਣਾ ਸਕਦਾ ਹੈ, ਇੱਕ ਥਾਂ ਤੇ ਪੱਥਰ, ਇੱਕ ਥਾਂ ਤੇ ਪਾਣੀ, ਇੱਕ ਥਾਂ ਤੇ ਵਨਾਸਪਤੀ, ਇੱਕ ਥਾਂ ਤੇ ਰੇਗਿਸਤਾਨ, ਇੱਕ ਥਾਂ ਤੇ ਉਪਜਾਊ ਧਰਤੀ। ਇਹ ਕਿਹਨੇ ਬਣਾਈ ਹੈ? ਆ ਜਿਹੜਾ ਸੈਂਡ ਮਾਡਲ ਆਪਾਂ ਦੇਖਦੇ ਹਾਂ, ਸਾਰਾ ਬਣਿਆ ਢਾਂਚਾ ਧਰਤੀ ਦਾ, ਇਹ ਕਿਹਨੇ ਬਣਾਇਆ? ਇੱਕ ਥਾਂ ਤੇ ਸਮਤਲ, ਟੋਏ, ਖੱਡੇ, ਇੱਕ ਥਾਂ ਤੇ ਵੱਡੇ ਵੱਡੇ ਪਹਾੜ। ਚਲੋ ਸਾਨੂੰ ਤੇ ਮੌਕਾ ਮਿਲਿਆ ਨਾ ਵੀ ਜਾਣਾ ਦਾ ਪਹਾੜਾਂ ਤੇ, ਤਾਂ ਚੜ੍ਹਨ ਦਾ ਵੀ ਬੜੇ ਉੱਚੇ, ਤਾਂ ਨੂੰ ਤੁਰੇ ਜਾਈਏ, ਤੁਰੇ, ਪਹਾੜ ਮੁੱਕਦੇ ਹੀ ਨਹੀਂ, ਬਹੁਤ ਉੱਚੀ ਹਾਈਟ ਹੈ। ਇੱਕ ਥਾਂ ਤੇ ਬਰਫ਼ ਪਾਈ ਜਾਂਦਾ ਹੈ, ਇੱਕ ਥਾਂ ਤੇ ਗਰਮੀ ਬਣਾਈ ਜਾਂਦਾ ਹੈ। ਇਹ ਕੌਣ ਕਰਦਾ ਹੈ? ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ, ਵੱਡੋ ਵੱਡਾ ਵੱਡ ਮੇਦਨੀ, ਸਿਰਾ ਸਿਰ ਧੰਦੇ ਲਾਏਂਦਾ। ਸਿਰਾ ਸਿਰ, ਹਰੇਕ ਜੀਵ ਦੇ ਸਿਰ ਉੱਤੇ ਥਾਂ ਥਾਈਂ ਉਹ ਆਪਣੀ ਬਖਸ਼ਿਸ਼ ਕਰਦਾ ਹੈ। ਆਪਾਂ ਕਹਿੰਦੇ ਨਾ, ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਭਰਿਆ ਹੱਥ ਰੱਖੀ, ਵੀ ਮਿਹਰ ਭਰਿਆ ਹੱਥ ਰੱਖੀ, ਸਭ ਦੇ ਸਿਰ ਤੇ ਆਓ, ਸਭ ਦਾ ਸਿਰ ਦਾ ਸਾਈਂ ਹੈ ਪਰਮਾਤਮਾ। ਤੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ, ਸਿਰੇ ਸਿਰ ਧੰਦੇ ਲਾਏਂਦਾ। ਤੇ ਗੁਰੂ ਸਾਹਿਬ ਜੀ ਇਹ ਸਮਝਾਉਣਾ ਕੀਤਾ ਵੀ ਉਹ ਥਾਂ ਥਾਈਂ ਕਿਸੇ ਨੂੰ ਕਿਸ ਤਰ੍ਹਾਂ ਦੀ। ਹੁਣ ਇੱਕ ਘਰ ਦੇ ਵਿੱਚ ਹੀ ਦੋ ਬੱਚੇ ਪੈਦਾ ਹੋਏ ਨੇ, ਇੱਕ ਬੱਚੇ ਨੂੰ ਪੁੱਛ ਕੇ ਉਹ ਕਹਿੰਦਾ ਜੀ ਮੈਂ ਵੱਡਾ ਅਫਸਰ ਬਣ ਕੇ ਮੈਂ ਆਹ ਕਰਾਂਗਾ, ਦੂਜੇ ਬੱਚੇ ਨੂੰ ਮੈਂ ਜੀ ਜਹਾਜ਼ ਤੇ ਚੜ੍ਹ ਕੇ ਫੌਰਨ 'ਚ ਜਾਵਾਂਗਾ। ਹੁਣ ਉਹਦੀ ਹਿਸਟਰੀ ਤੇ ਫਰਕ ਨਾ। ਆ ਬੱਚੇ ਖੇਡਾਂ ਖੇਡਦੇ ਨੇ, ਕੋਈ ਕਿਹੜੀ ਖੇਡ ਖੇਡੀ ਜਾਂਦਾ, ਕੋਈ ਕਿਹੜੀ। ਹੁਣ ਬੰਦਾ ਨੌਜਵਾਨ ਹੁੰਦਾ, ਕਿਸੇ ਨੂੰ ਕੋਈ ਕੰਮ ਚੰਗਾ ਲੱਗਦਾ, ਕਿਸੇ ਨੂੰ ਕੋਈ ਚੰਗਾ ਨਹੀਂ ਲੱਗਦਾ। ਆ ਪਿੱਛੇ ਨਾ, ਚਲੋ ਇੱਥੋਂ ਗੱਲ ਯਾਦ ਆ ਗਈ, ਸਾਡੇ ਉਹ ਗੁਰਮਤਿ ਲਹਿਰ ਦੇ ਨਾਲ ਥੋੜ੍ਹਾ ਜਿਹਾ ਅਟੈਚਮੈਂਟ ਸੀ, ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਦੇ ਫਾਦਰ ਨੇ ਗੱਲਬਾਤ ਕੀਤੀ, ਮੋਗੇ ਦੀਵਾਨ ਸੀ,
ਉੱਥੇ ਗੱਲਬਾत ਕੀਤੀ। ਉਹ ਕਹਿੰਦਾ ਵੀ ਮੇਰਾ ਬੱਚਾ ਹੈ ਇਸ ਟਾਈਮ ਜਾਣੀ ਕਿ ਸਬ ਇੰਸਪੈਕਟਰ ਹੈ ਪੁਲਿਸ ਦੇ ਵਿੱਚ, ਲੋਕਾਂ ਨੂੰ ਨੌਕਰੀ ਮਿਲਦੀ ਨਹੀਂ। ਕਹਿੰਦਾ ਵੀ ਉਹਨੇ ਕਈ ਵਾਰ DC ਨੂੰ ਰਿਜ਼ਾਈਨ ਲੈ ਕੇ ਦੇ ਦਿੱਤਾ ਵੀ ਮੈਂ ਨਹੀਂ ਕਰਨੀ, ਮੈਂ ਫੋਰਨ ਕੰਟਰੀ 'ਚ ਜਾਣਾ। ਤੇ DC ਨੇ ਇੱਥੋਂ ਤੱਕ ਪਰਮਿਸ਼ਨ ਦੇ ਦਿੱਤੀ ਸੀ ਵੀ ਤੂੰ 6 ਮਹੀਨੇ ਸਾਲ ਲਾਇਆ, ਘੁੰਮ ਫਿਰਿਆ, ਮੁੜ ਕੇ ਤੇਰੇ ਵਰਗਾ ਬੱਚਾ ਇੱਥੇ ਨਹੀਂ ਮਿਲਦਾ ਸਾਨੂੰ, ਤੇ ਤੂੰ ਫਿਰ ਆ ਜਾ। ਉਹ ਕਹਿੰਦਾ ਨਾ ਨਾ ਨਾ, ਮੈਂ ਇੱਥੇ ਰਹਿਣਾ ਹੀ ਨਹੀਂ। ਲੋਕਾਂ ਨੂੰ ਤੇ ਪੁਲਿਸ ਦੇ, ਪੰਜਾਬ ਪੁਲਿਸ ਦੇ ਵਿੱਚ ਇੱਕ ਨੌਜਵਾਨ ਨੂੰ ਨੌਕਰੀ ਨਹੀਂ ਮਿਲਦੀ ਵੀ ਜਾਣੀ ਕਿ ਉਹ ਸਿਪਾਹੀ ਦੀ ਨੌਕਰੀ ਮਿਲਦੇ, ਉਹ ਸਬ ਇੰਸਪੈਕਟਰ ਉਹ ਭਰਤੀ ਹੋਇਆ। ਉਹ ਕਹਿੰਦਾ ਨਾ ਨਾ, ਮੈਂ ਇੱਥੇ ਮੈਂ ਨੌਕਰੀ ਕਰਨੀ ਨਹੀਂ, ਮੈਂ ਫੋਰਨ ਕੰਟਰੀ ਜਾਣਾ। ਹੁਣ ਮਨ ਦਿਮਾਗ ਕਹਿੰਦਾ, ਉਹਨਾਂ ਫਾਦਰ ਕਹਿੰਦਾ ਵੀ ਅਸੀਂ ਕਈ ਵਾਰ ਕਿਹਾ ਵੀ ਕਿਉਂ, ਆਪਣਾ ਕਾਰੋਬਾਰ ਵੀ ਸਾਰਾ ਵਧੀਆ ਸਿਸਟਮ ਹੈ, ਇੱਥੇ ਤੂੰ ਰਹਿ, ਸਾਡੇ ਕੋਲ ਰਹਿ। ਉਹ ਕਹਿੰਦਾ ਨਹੀਂ, ਮੈਂ ਰਹਿਣਾ ਨਹੀਂ। ਇਹ ਗੁਰੂ ਪ੍ਰਮਾਤਮਾ ਪਰਮੇਸ਼ਰ ਦੀ ਕਿਰਪਾ ਸੱਚੇ ਪਾਤਸ਼ਾਹ ਕਹਿੰਦੇ ਉਹ ਸਿਰ ਸਥਾਈ ਹੈ, ਸਭ ਦੇ ਸਿਰ ਦੇ ਉੱਤੇ ਵਸ ਰਿਹਾ। ਜਿੱਥੇ ਜਿੱਥੇ ਕਿਸੇ ਨੂੰ ਲਾਤਾ ਉੱਥੇ ਲੱਗਿਆ ਫਿਰਦਾ ਹੈ ਬੰਦਾ। ਬੰਦਾ ਬੰਦੇ ਨੂੰ ਨਹੀਂ ਸਮਝਾ ਸਕਦਾ, ਰੱਬ ਜਿੱਥੇ ਸੁਰਤ ਲਾ ਦੇਵੇ, ਜਿੱਥੇ ਸੁਰਤ ਜੋੜ ਦੇਵੇ, ਉਹ ਸਾਰਾ ਸਿਸਟਮ ਦਾ ਸਹੀ ਹੋ ਸਕਦਾ ਹੈ। ਤੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ, ਵੱਡੋ ਵੱਡਾ। ਗੁਰੂ ਸਾਹਿਬ ਜੀ ਕਹਿੰਦੇ ਪ੍ਰਭੂ ਵੱਡਿਆਂ ਤੋਂ ਵੀ ਵੱਡਾ ਹੈ, ਭਾਵ ਸਭ ਤੋਂ ਵੱਡਾ ਹੈ। ਉਸ ਦੀ ਰਚੀ ਹੋਈ ਸ੍ਰਿਸ਼ਟੀ ਵੀ ਬੇਅੰਤ ਹੈ, ਤੇ ਇਸ ਬੇਅੰਤ ਸ੍ਰਿਸ਼ਟੀ ਵਿੱਚ ਹੁੰਦਿਆਂ ਹਰੇਕ ਜੀਵ ਦੇ ਥਾਂ ਥਾਈਂ ਉਹ ਧੰਦਿਆਂ ਵਿੱਚ ਜੋੜੀ ਰੱਖਦਾ। ਇਹ ਪਰਮਾਤਮਾ ਹੈ। ਤੇ ਗੁਰੂ ਸਾਹਿਬ ਜੀ ਅੱਗੇ ਕਿਰਪਾ ਕਰਦੇ, ਨਦਰ ਅਪੁੱਠੀ ਜਿਹੇ ਕਰੇ ਸੁਲਤਾਨਾ ਕਾਹੋ ਕਰਾਇੰਦਾ। ਹੁਣ ਗੁਰੂ ਸਾਹਿਬ ਜੀ ਨੇ ਕਿਉਂ ਕਿਹਾ? ਸੁਲਤਾਨ ਕਹਿੰਦੇ ਨੇ ਰਾਜੇ ਨੂੰ। ਗੁਰੂ ਸਾਹਿਬ ਜੀ ਕਹਿੰਦੇ ਦੁਨੀਆ ਦੇ ਕਦੀ ਪਾਤਸ਼ਾਹ ਨੂੰ ਵੀ ਗੁੱਸੇ ਦੀ ਨਜ਼ਰ ਨਾਲ ਨਹੀਂ ਵੇਖਣਾ ਚਾਹੀਦਾ। ਕਈ ਵਾਰ ਪਰਮਾਤਮਾ ਸਿਸਟਮ ਹੀ ਇਹੋ ਜਿਹਾ ਬਣਾ ਦਿੰਦਾ ਹੈ ਕਿ ਰਾਜੇ ਨੂੰ ਵੀ ਘਾਹ ਖੋਤਣ ਵਾਲਾ ਬਣਾ ਦਿੰਦਾ ਹੈ। ਆਪਾਂ ਵੈਸੇ ਗੁਸਤਾਖੀ ਮਾਫ ਕਰਨਾ, ਸਾਡਾ ਕਾਰੋਬਾਰ ਕਿਤੇ ਠੱਪ ਹੋ ਗਿਆ ਜਾਂ ਸਾਡਾ ਕਾਰੋਬਾਰ ਚੱਲ ਨਹੀਂ ਰਿਹਾ, ਅਸੀਂ ਸਭ ਤੋਂ ਪਹਿਲਾਂ ਕੀ ਕਰਨਾ? ਕੋਈ ਨਹੀਂ ਸੋਚਣੀ ਇਹ ਮੇਰੇ ਭਰਾ ਨੇ ਇਸ ਤਰ੍ਹਾਂ ਕੀਤਾ। ਸਭ ਤੋਂ ਪਹਿਲਾਂ ਤਾਂ ਆਪਣੇ ਭਰਾ ਨੇ ਜਾਂ ਗਵਾਂਢੀ ਨੇ, ਮੇਰਾ ਕਾਰੋਬਾਰ ਬੜਾ ਟੌਪ ਦਾ ਸੀ, ਮੇਰੇ ਭਰਾ ਨੇ ਤਵੀਤ ਪਾ ਤੇ, ਧਾਗੇ ਬਣਾ ਤੇ, ਖੂਨ ਦੇ ਛਿੱਟੇ ਮਾਰਤੇ। ਉਹ ਤਾਂ ਤੈਨੂੰ ਡਰਾਉਂਦਾ ਵੀ ਉੱਠ ਕੇ ਚੱਲ ਜੇ ਤੂੰ। ਬੰਦੇ ਦੇ ਨਾਲ ਬੰਦਾ ਕੁਛ ਨਹੀਂ ਕਰ ਸਕਦਾ। ਆਪਣੇ ਰਾਜੇ ਗਲੀਆਂ 'ਚ ਤੁਰੇ ਫਿਰਦੇ ਨਾ, ਪਹਿਲਾਂ ਤਾਂ ਉਹ ਕਹਿੰਦੇ ਸੀ ਅਸੀਂ ਸਾਰੀ ਜ਼ਿੰਦਗੀ ਰਾਜ ਹੀ ਕਰਦੇ ਰਹਾਂਗੇ। ਰੱਬ ਨੇ ਵਿਧੀ ਇਹੋ ਜਿਹੀ ਬਣਾ ਦਿੱਤੀ, ਰੱਬ ਨੇ ਵਿਧੀ ਇਹੋ ਜਿਹੀ ਬਣਾ ਦਿੱਤੀ ਕਿ ਉਹਨਾਂ ਦਾ ਸਾਰਾ ਕੁਝ ਹੀ ਖਿਲਰ ਗਿਆ। ਹੁਣ ਗਲੀਆਂ 'ਚ ਤੁਰੇ ਫਿਰਦੇ ਨੇ। ਰਾਜਿਆਂ ਨੂੰ ਘਾਹ ਖੋਤਣ ਵਾਲਾ ਕੌਣ ਬਣਾਉਂਦਾ ਹੈ? ਰੱਬ। ਤੇ ਘਾਹ ਖੋਤਣ ਵਾਲੇ ਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਦਰ ਦਾ ਮਤਲਬ ਨਜ਼ਰੇ ਰਹਿਮਤ। ਗੱਲ ਤਾਂ ਨਦਰ ਦੀ ਹੈ ਨਾ। ਨਦਰ ਗੁਰੂ ਸਾਹਿਬ ਜੀ ਕਹਿੰਦੇ ਜੇ ਪੁੱਠੀ ਕਰ ਦਿੱਤੀ, ਉਲਟੀ ਕਰ ਦਿੱਤੀ, ਨਦਰ ਅਪੁੱਠੀ ਕਰੇ। ਵਿਜੋ ਪ੍ਰਮਾਤਮਾ ਬਿਲਕੁਲ ਸਿਸਟਮ ਆਪਣਾ ਸਹੀ ਚੱਲ ਰਿਹਾ ਹੈ, ਬਿਲਕੁਲ ਸਹੀ। ਆਪਣੇ ਸਰੀਰ ਨੂੰ ਦੁੱਖ ਤਕਲੀਫ ਕਦੋਂ ਹੁੰਦੀ ਹੈ? ਕਦੋਂ ਆਪਣੇ ਸਰੀਰ ਨੂੰ ਕੋਈ ਸਿਸਟਮ ਚੱਲ ਗਿਆ, ਖੜ ਗਿਆ, ਸਰੀਰ ਦੇ ਵਿੱਚ ਕੋਈ ਨਾਸਕ ਦਬ ਗਈ, ਕੋਈ ਹੱਡੀ ਦਾ ਪਾਰਟ ਖਰਾਬ ਹੋ ਗਿਆ, ਆਪਾਂ ਕਹਿੰਦੇ ਆਹ ਬਿਮਾਰੀ ਹੋ ਗਈ। ਉਹਦੇ ਤੋਂ ਫਿਰ ਗਾਲਾ ਸ਼ੁਰੂ ਹੋ ਜਾਂਦਾ ਹੈ, ਕਿਸੇ ਨੂੰ ਕੈਂਸਰ ਬਣ ਜਾਂਦਾ, ਕਿਸੇ ਨੂੰ ਕੋਈ ਬਿਮਾਰੀ, ਸਿਸਟਮ ਅੰਦਰ ਦਾ ਖਰਾਬ ਹੋ ਜਾਂਦਾ ਹੈ। ਤੇ ਜੇ ਪਰਮਾਤਮਾ ਸਹੀ ਚਲਾਈ ਜਾ ਰਿਹਾ ਹੈ ਤੇ ਸਹੀ ਚੱਲੀ ਜਾਂਦਾ ਹੈ। ਤੰਦਰੁਸਤ ਕਿਹਨੂੰ ਕਹਿੰਦੇ ਨੇ? ਜਿਹੜਾ ਬਿਲਕੁਲ ਦਰੁਸਤ ਹੈ ਉਹਨੂੰ ਤੰਦਰੁਸਤ ਕਹਿ ਦਿੰਦੇ। ਤੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਕਿ ਬੰਦਿਆ, ਇਹ ਰੱਬ ਤੇ ਗੁੱਸਾ ਨਹੀਂ ਕਰਨਾ ਚਾਹੀਦਾ। ਇਹ ਰੱਬ ਦਾ ਸਿਸਟਮ ਹੈ। ਤੇਰੇ ਕਰਮਾਂ 'ਚ ਜੋ ਤੈਨੂੰ ਮਿਲ ਰਿਹਾ ਉਹ ਖਾਈ ਪੀ ਜਾ ਤੇ ਪ੍ਰਮਾਤਮਾ ਦੇ ਗੁਣ ਗਾਈ ਜਾ। ਪਰ ਆਪਾਂ ਕਹਿੰਦੇ ਨਹੀਂ, ਮੇਰਾ ਕੰਮ, ਮੇਰਾ ਸਿਸਟਮ, ਮੇਰਾ ਫਲਾਣੇ ਨੇ ਬਰਬਾਦ ਕਰ ਦਿੱਤਾ। ਤੇਰੇ ਜੋ ਕਰਮਾਂ ਦੇ ਵਿੱਚ ਸੀ, ਜਿਹੜਾ ਕੁਝ ਤੇ ਸਾਨੂੰ ਮਿਲ ਰਿਹਾ ਹੈ। ਇੱਕ ਬੰਦੇ ਦਾ ਸਰੀਰ ਬੜਾ ਤੰਦਰੁਸਤ ਹੈ। ਸਭ ਤੋਂ ਵੱਡੀ ਤੰਦਰੁਸਤੀ ਬੰਦਾ ਭਾਲਦਾ ਹੈ ਨਾ। ਬੰਦਾ ਆਪਾਂ ਕਈ ਵਾਰ ਵਿਚਾਰ ਵੀ ਕਰਦੇ ਹਾਂ ਕਿ ਬੰਦਾ ਰੱਬ ਅੱਗੇ ਕੀ ਪ੍ਰਾਰਥਨਾ ਕਰਦਾ ਹੈ। 70 ਸਾਲ 80 ਸਾਲ 100 ਸਾਲ 150 ਸਾਲ ਬੰਦਾ ਜੀਆ, ਸਰੀਰ ਲੈ ਕੇ ਜੀਆ,
ਬੰਦਾ ਰੱਬ ਅੱਗੇ ਕੀ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਇਹਨੂੰ ਮੰਜੇ ਤੇ ਨਾ ਸਿੱਟੀ, ਇਹਨੂੰ ਡਾਕਟਰਾਂ ਦੇ ਕੋਲ ਨਾ ਲੈ ਕੇ ਜਾਈਂ, ਇਹਨੂੰ ਤੁਰਦੇ ਫਿਰਦੇ ਨੇ। ਤੇ ਭਾਈ ਜੇ ਕਰਮ ਚੰਗੇ ਕੀਤੇ ਹੋਣਗੇ ਇਸ ਸ੍ਰਿਸ਼ਟੀ ਦੇ ਉੱਤੇ ਤੇ ਰੱਬ ਵੀ ਉਹੋ ਜਿਹਾ ਸਿਸਟਮ ਕਰੇਗਾ। ਨਹੀਂ ਤਾਂ ਆਪਾਂ ਦੇਖਦੇ ਹਾਂ ਕਈ ਬਜ਼ੁਰਗ, ਕਈ ਨੌਜਵਾਨ, ਕਈ ਬੱਚੇ ਹੌਸਪਿਟਲ ਭਰੇ ਨੇ। ਹੌਸਪਿਟਲ ਕਿਤੇ ਮੌਕਾ ਮਿਲਦਾ ਹੀ ਹੈ ਜਾਣ ਦਾ, ਰੱਬ ਨਾ ਹੀ ਵੈਸੇ ਤਾਂ ਦਵਾਵੇ, ਤੇ ਦੇਖਦੇ ਉੱਥੇ ਕੀ ਹਾਲਾਤ ਬਣਦੇ ਨੇ। ਇਹ ਕੋਈ ਜ਼ਰੂਰੀ ਨਹੀਂ ਕਿ ਉਹ ਬੱਚਿਆਂ ਦੇ, ਉਹ ਨੌਜਵਾਨਾਂ ਦੇ, ਉਹ ਘਰ ਵਾਲਿਆਂ ਦੇ ਵੀ ਮਾੜੇ ਕਰਮ ਹੁੰਦੇ ਨੇ। ਘਰ ਵਾਲਿਆਂ ਨੂੰ ਉਹ ਰੱਬ ਦਿਖਾਉਂਦਾ ਹੈ, ਸਭ ਕੁਝ ਦਿਖਾਉਂਦਾ। ਅਸੀਂ ਤਾਂ ਇੱਕ ਥਾਂ 'ਤੇ ਦੇਖਿਆ, ਚਲੋ ਸੱਜਣਤਾ ਇਸ 'ਤੇ ਜਾਣਾ ਪਿਆ, ਜਦੋਂ ਨੌਜਵਾਨ ਬੱਚੇ ਦੀ ਮੌਤ ਹੋਈ, ਤਕਰੀਬਨ 10-11 ਸਾਲ ਦਾ ਬੱਚਾ ਸੀ। ਉਹਨਾਂ ਦਾ ਜਿਹੜਾ ਫਾਦਰ ਸੀ ਬੱਚੇ ਦਾ, ਉਹ ਰੋਵੇ, ਕਹਿੰਦਾ ਮੇਰੇ ਪਾਪ। ਅਸੀਂ ਕਿਹਾ ਵੀ ਪਾਪ ਕਿਵੇਂ, ਕੀ ਕੀਤੇ ਤੂੰ ਪਾਪ, ਤੂੰ ਤਾਂ ਬਹੁਤ ਸੋਹਣਾ ਕੰਮ। ਕਹਿੰਦਾ ਮੇਰੇ ਘਰੇ ਤਕਰੀਬਨ 7 ਬੱਚੀਆਂ ਨੇ ਜਨਮ ਲੈਣਾ ਸੀ, ਜਿੰਦੇ ਵਿੱਚੋਂ ਮੈਂ 4 ਬੱਚੀਆਂ ਨੂੰ ਜਨਮ ਲੈਣ ਹੀ ਨਹੀਂ ਦਿੱਤਾ। 7 ਬੱਚੀਆਂ ਨੇ ਜਨਮ ਲੈਣਾ ਸੀ ਮੇਰੇ ਘਰੇ, 3 ਤਾਂ ਸਹੀ ਸਲਾਮਤ ਨੇ ਤੇ 4 ਮੈਂ ਕੁੱਖ 'ਚ ਹੀ ਮਰਵਾ ਦਿੱਤੀਆਂ ਸੀ। 4 ਤੇ ਹੁਣ ਪਾਪ, ਉਹ ਪਾਪ ਕਿਹਨੇ ਝੱਲਣਾ ਸੀ? 11 ਸਾਲ ਦਾ ਗੱਭਰੂ, 11 ਸਾਲ ਤੋਂ ਬਾਅਦ ਗੱਭਰੂ ਹੋਣਾ ਸ਼ੁਰੂ ਹੋ ਜਾਂਦਾ। ਪੁੱਤ ਜਦੋਂ ਮਰ ਜੇ ਤੇ ਫਿਰ ਕੀ ਰਹਿ ਜਾਂਦਾ ਉਹਦੇ ਪੱਲੇ। ਕਹਿੰਦਾ ਮੇਰੇ ਪਾਪਾਂ ਦਾ ਰਿਜ਼ਲਟ ਹੈ, ਆਪ ਦੱਸਦਾ ਸੀ ਉਹ। ਹੁਣ ਆਪਾਂ ਕਈ ਵਾਰ ਕਹਿੰਦੇ ਆ ਰੱਬ ਨੂੰ ਜੋ ਚਾਹਿਆ ਉਹੀ ਮਿਲਣਾ ਆਪਾਂ ਨੂੰ। ਆਪਾਂ ਕਹਿੰਦੇ ਵੀ ਧੀਆਂ ਨਾਲ ਹੀ ਸਾਰਾ ਰਿਜ਼ਕ ਲੈ ਕੇ ਆਉਂਦੀਆਂ ਨੇ। ਆਪਾਂ ਬੀਬੀ ਰਜਨੀ ਦੀ ਸਾਰੀ ਕਹਾਣੀ ਸੁਣਦੇ, ਬੀਬੀ ਰਜਨੀ ਦੀ ਕਹਾਣੀ ਵੀ ਕਿਵੇਂ ਰੱਬ ਨੇ ਜੋ ਕੁਛ ਦੇਣਾ, ਕਿਉਂਕਿ ਉਹਨੂੰ ਤਾਂ ਰੱਬ ਦਿਸ ਪਿਆ, ਬੀਬੀ ਰਜਨੀ ਤਾਂ ਰੱਬ ਦਿਸ ਪਿਆ ਵੀ ਰੱਬ ਹੀ ਸਭ ਕੁਝ ਦਿੰਦਾ। ਉਹਦੇ ਪਿਤਾ ਨੂੰ ਨਹੀਂ ਸੀ ਦਿਖਿਆ, ਇੱਕੇ ਘਰ ਦੇ ਵਿੱਚ ਸੀ ਨਾ, ਤੇ ਦੂਜੀਆਂ ਸਾਰੀਆਂ ਨੂੰ ਨਹੀਂ ਸੀ ਰੱਬ ਦਿਖਦਾ। ਉਹ ਕਹਿੰਦੀਆਂ ਤੇਰਾ ਦਿੱਤਾ ਹੀ ਖਾਨੀ ਆ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਰੱਬ ਤੇ ਕੋਈ ਗੁੱਸਾ ਨਹੀਂ ਕਰਨਾ ਚਾਹੀਦਾ। ਰੱਬ ਸਾਨੂੰ ਸਭ ਕੁਝ ਦੇ ਰਿਹਾ। ਜਿਹੜੇ ਬੰਦੇ ਦਾ ਸਰੀਰ ਤੰਦਰੁਸਤ ਹੈ, ਵਧੀਆ ਕਰਮ ਕਰ ਰਿਹਾ ਹੈ, ਉਹਨੂੰ ਰੱਬ ਦਾ ਧੰਨਵਾਦ ਕਰਨਾ ਚਾਹੀਦਾ। ਤੇ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਦਰ ਮੰਗਣ ਭਿੱਖ ਨਾ ਪਾਏਂਦਾ। ਦਰ ਗੁਰੂ ਸਾਹਿਬ ਜੀ ਕਹਿੰਦੇ ਮੰਗਣ ਤੇ ਵੀ ਉਸ ਰਾਜੇ ਨੂੰ ਕਈ ਵਾਰ ਕੋਈ ਕਹਿੰਦੇ ਇਹ ਤਾਂ ਜਦੋਂ ਰਾਜਾ ਹੁੰਦਾ ਸੀ ਨਾ, ਆਪਾਂ ਵੀ ਦੁਨੀਆ ਦੇ ਵਿੱਚ ਹੀ ਵੀ ਜਦੋਂ ਇਹਦੇ ਕੋਲ ਧਨ ਮਾਲ ਸੀ, ਇਹਦੀ ਟੌਰ, ਇਹਦਾ ਹੰਕਾਰ, ਇਹਦੀ ਹਉਮੈ ਝੱਲੀ ਨਹੀਂ ਸੀ ਜਾਂਦੀ, ਤੇ ਬਾਅਦ ਵਿੱਚ ਕੋਈ ਨਹੀਂ ਪੁੱਛਦਾ। ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ। ਭਾਈ ਜੋਗਾ ਸਿੰਘ ਜੋਗੀ ਵੀ ਕਹਿੰਦੇ ਨੇ ਵੀ ਸੁੱਖਾਂ ਵੇਲੇ ਦੁਨੀਆ ਢੁਕ ਢੁਕ ਨੇੜੇ ਬਹਿੰਦੀ, ਪਰਖੇ ਜਾਣ ਮਿੱਤਰ ਜਦ ਬਾਜੀ ਪੁੱਠੀ ਪੈਂਦੀ। ਉਦੋਂ ਜਿਹੜੇ ਰੋਜ਼ਾਨਾ ਨਾਲ ਚੱਲਦੇ ਸੀ, ਜਿਹੜੇ ਰੈਸਟੋਰੈਂਟਾਂ ਦੇ ਵਿੱਚ ਬਹਿੰਦੇ ਸੀ, ਕੋਈ ਗੱਲ ਨਹੀਂ ਤੂੰ ਤਾਂ ਮੇਰਾ ਮਿੱਤਰ ਹੈ, ਤੇਰੇ ਪਿੱਛੇ ਜਾਨ ਵਾਰ ਦਿਆਂਗੇ। ਆਹੀ ਕਹਿੰਦੇ ਨੇ ਨਾ, ਜਦੋਂ ਉਹਦਾ ਧਨ ਮਾਲ ਲੁੱਟਿਆ ਗਿਆ, ਕੁਛ ਪੱਲੇ ਨਾ ਰਿਹਾ, ਕੰਗਾਲ ਬਣ ਗਿਆ, ਫਿਰ ਮੋਬਾਈਲ ਵੀ ਬੰਦ ਹੋ ਜਾਂਦੇ ਨੇ, ਫਿਰ ਨਹੀਂ ਕੋਈ ਸੁਣਦਾ, ਫਿਰ ਨਹੀਂ ਕੋਈ ਸੁਣਦਾ। ਤੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਹੈ, ਕੱਖੋਂ ਹੌਲੇ ਕਰ ਦੇਣ ਵਾਲੇ ਉਹ ਲੋਕਾਂ ਦੇ ਦਰ ਦਰ ਤੇ ਭਟਕਦਾ ਫਿਰਦਾ, ਉਹਨੂੰ ਕੋਈ ਖੈਰ ਨਹੀਂ ਪਾਉਂਦਾ। ਇਹ ਕੌਣ ਕਰਾਉਂਦਾ? ਇਹ ਰੱਬ ਕਰਾਉਂਦਾ। ਇਸੇ ਕਰਕੇ ਗੁਰਬਾਣੀ ਨੇ ਕਿਹਾ ਵੀ ਬੰਦਿਆਂ ਦਾ ਖਹਿੜਾ ਛੱਡ ਦੇ, ਤੂੰ ਰੱਬ ਨੂੰ ਧਿਆ, ਰੱਬ ਨੂੰ ਧਿਆ, ਰੱਬ ਨੂੰ ਧਿਆ। ਪਰਮਾਤਮਾ ਸਾਡੇ ਤੇ ਵੀ ਕਿਰਪਾ ਕਰੇ। ਅਸੀਂ ਵੀ ਇਸ ਪਰਮਾਤਮਾ ਪਰਮੇਸ਼ਰ ਦੀ ਜੋ ਸੱਚੇ ਪਾਤਸ਼ਾਹ ਨੇ ਸਾਡਾ ਜੀਵਨ ਸੋਹਣਾ ਬਣਾ ਦੇਵੇ, ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੇ। ਜੋ ਗੁਰਬਾਣੀ ਕਹਿੰਦੀ ਹੈ ਉਹਦੇ ਮੁਤਾਬਕ ਸਾਡਾ ਜਿਹੜਾ ਮਨ ਹੈ ਤੇ ਤਨ ਦੋਵੇਂ ਉਸੇ ਤਰੀਕੇ ਦੇ ਨਾਲ ਕਰਮ ਕਰਨ, ਤਾਂ ਕਿ ਸਾਡਾ ਵੀ ਕਿਤੇ ਨਾ ਕਿਤੇ ਇਸ ਦੁਨੀਆ ਦੇ ਉੱਤੇ ਆਇਆ ਸਫਲ ਹੋ ਜਾਵੇ। ਇਹ ਗੁਰੂ ਪਰਮਾਤਮਾ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਪ੍ਰਾਰਥਨਾ ਕਰਿਆ ਕਰੀਏ ਕਿ ਗੁਰਬਾਣੀ ਦੀ ਸਾਨੂੰ ਸਮਝ ਆ ਜਾਵੇ ਪਰਮਾਤਮਾ ਜੀ, ਔਰ ਅਸੀਂ ਤੇਰੀ ਗੁਰਬਾਣੀ ਪੜ੍ਹ ਸੁਣ ਕੇ ਆਪਣਾ ਜੀਵਨ ਸੋਹਣਾ ਬਣਾ ਲਈਏ। ਇਹ ਪਰਮਾਤਮਾ ਅੱਗੇ ਅਰਦਾਸ ਬੇਨਤੀ ਪ੍ਰਾਰਥਨਾ ਕਰਿਆ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਗੁਰਬਾਣੀ ਦੀ ਸੋਝੀ ਆਵੇ, ਅਸੀਂ ਗੁਰਬਾਣੀ ਪੜ੍ਹ ਕੇ ਆਪਣਾ ਸਾਰੇ ਜੀਵਨ ਸੋਹਣਾ ਬਣਾਈਏ। ਇਹ ਗੁਰੂ ਪਰਮਾਤਮਾ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਪ੍ਰਾਰਥਨਾ ਕਰਿਆ ਕਰੀਏ।
ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਸਦਕਾ ਗੁਰਮੁਖ ਪਿਆਰੋ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ। ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਇਆ ਕਰਦੀਆਂ, ਕਿਉਂਕਿ ਗੁਰੂ ਗਿਆਨ ਦੇ ਬੱਚੇ ਆ। ਸਤਿਗੁਰੂ ਸੱਚੇ ਪਾਤਸ਼ਾਹ ਤੇ ਗੁਰੂ ਦੀ ਸੰਗਤ ਮਾਫ ਜੋਗ ਹੈ, ਮਾਫ ਕਰ ਦੇਣ। ਅਗਾਂ ਤੋਂ ਬਾਣੀ ਪੜ੍ਹਨ ਸੁਣ ਸੇਵਾ ਸਮਤੇ ਗੁਰਬਾਣੀ ਦੀਆਂ ਵਿਚਾਰਾਂ ਕਰਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਸਮੱਤ ਬਖਸ਼ਣ। ਸਰਬਤ ਦਾ ਭਲਾ ਕਰਨ, ਸਭ ਨੂੰ ਨਾਮ ਤਨ ਦੇਣ, ਸਭ ਨੂੰ ਵਡਿਆਈਆਂ ਬਖਸ਼ਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ